इस वेले असीं खड़े मुकेरियां हरसे मानसा टूल प्लाजे के उत्ते जिथे कि खेती ऑर्ਡੀਨੈਂਸਾਂ ਨੂੰ ਲੈ के पिछले 56 दिन तो भारी विरोध किया जा रहा है कि किसान जथेबंदियां वालों ਹੁਣ ਜਥੇਬੰਦੀਆਂ ਨੇ ਦਿੱਲੀ ਦਾ ਰੁਖ ਕੀਤਾ ਹੋਇਆ। ਦਿੱਲੀ ਦੇ ਵਿੱਚ ਵੀ ਧਰਨੇ ਚੱਲ ਰਹੇ ਨੇ, ਉੱਥੇ ਹੀ ਇਸੇ ਧਰਨਾ ਜਿਹੜਾ ਹੈ ਲਗਾਤਾਰ 56 ਦਿਨ ਤੋਂ ਵੀ ਜਾਰੀ ਹੈ। ਤੁਸੀਂ ਦੇਖੋਗੇ ਕਿ ਸਾਡੇ ਪਿੱਛੇ ਜਿਹੜੇ ਕਿਸਾਨ ਜਿਹੜੇ ਆ ਉਹਨਾਂ ਵੱਲੋਂ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਗੱਲਬਾਤ ਵੀ ਕਰਾਂਗੇ ਔਰ ਜਾਣਾਂਗੇ ਕਿ ਕਿਸ ਤਰ੍ਹਾਂ ਇਹਨਾਂ ਦਾ ਵਿਰੋਧ ਜਿਹੜਾ ਹੈ ਉਹ ਅੱਗੇ ਕੀਤਾ ਜਾਊਗਾ। ਜਿਹੜਾ ਕਿ ਸੈਂਟਰ ਦੀ ਸਰਕਾਰ ਵੱਲੋਂ ਇੱਕ ਖੇਤੀ ਜਿਹੜੇ ਕਾਨੂੰਨਾਂ ਨੂੰ ਲੈ ਕੇ ਜਿਹੜੇ ਕਾਨੂੰਨ ਪਾਸ ਕੀਤੇ ਗਏ, ਤੁਹਾਡੇ ਬਾਰੇ ਕੀ ਕਹਿਣਾ ਹੈ ਕਿ ਉਹ ਕਿਸ ਤਰ੍ਹਾਂ ਮਾਰੂ ਨੀਤੀਆਂ ਲੈ ਕੇ ਜਿਹੜੇ ਕਿਸਾਨਾਂ ਲਈ ਉਹ ਪਾਸ ਕੀਤੇ ਗਏ, ਇਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? ਉਹ ਸਾਡੇ ਲਈ ਬਹੁਤ ਮਾੜੇ ਆ ਜੀ। ਸਾਡੇ ਲਈ ਜਿਹੜੇ ਇਹਨੇ ਕਾਨੂੰਨ ਬਣਾਏ ਆ ਬਹੁਤ ਮਾੜੇ ਬਣਾਏ ਆ। ਔਰ ਇਹ ਜਿੰਨੀ ਸਰਕਾਰ ਮੋਦੀ ਸਰਕਾਰ ਹੈ ਇਹ ਸਾਡੇ ਮੰਨਣ ਦੇ ਕਹਿਣੇ ਦੇ ਵਿੱਚ ਚੱਲ ਨਹੀਂ ਰਹੀ। ਜੋ ਸਾਡੇ ਜ਼ਿਮੀਂਦਾਰ ਕਹਿੰਦੇ ਆ ਉਹ ਇਹਦੇ ਉਲਟ ਕੰਮ ਕਰ ਰਿਹਾ ਹੈ। ਇਸ ਕਰਕੇ ਸਾਨੂੰ ਇਹ 'ਤੇ ਬਹੁਤ ਰੋਸ ਹੈ। ਨਹੀਂ, ਪਰ ਸਰਕਾਰ ਕਹਿ ਰਹੀ ਹੈ ਕਿ ਜਿਹੜੇ ਇਹ ਕਾਨੂੰਨ ਨੇ ਜਿਹੜੇ ਉਹ ਕਿਸਾਨਾਂ ਦੇ ਹੱਕਾਂ ਦੇ ਵਿੱਚ ਨੇ। ਜੇ ਸਾਡੇ ਹੱਕ 'ਚ ਹੁੰਦੇ ਤੇ ਅਸੀਂ ਇਹ ਸੜਕਾਂ ਦੇ ਵਿੱਚ ਕਾਹਨੂੰ ਰੋਲਣਾ ਸੀ? ਇਹੀ ਤਾਂ ਇਹਦੀ ਮਾੜੀ ਨੀਤੀ ਹੈ। ਵੀ ਜਿਹੜਾ ਸਾਨੂੰ ਗਲਤ ਫਹਿਮੀਆਂ ਪਾ ਕੇ ਤਾਂ ਕਹੀ ਜਾਂਦਾ ਮੈਂ ਬਹੁਤ ਵਧੀਆ ਕਰ ਰਿਹਾ, ਬਹੁਤ ਵਧੀਆ। ਕਾਹਦਾ ਵਧੀਆ ਕਰ ਰਿਹਾ? ਦੁਨੀਆ ਤਾਂ ਮਰੇ ਕਰਦੀ ਹੈ ਸੜਕ ਦੇ ਉੱਤੇ ਆ ਕੇ। ਜ਼ਿਮੀਂਦਾਰ ਦਾ ਗਲਾ ਘੁੱਟੇ ਕਰਦਾ ਹੈ। ਅੱਜ ਸੈਂਟਰ ਗਵਰਨਮੈਂਟ ਦੀ ਔਰ ਜਥੇਬੰਦੀਆਂ ਦੀ ਅੱਜ ਦੁਪਹਿਰ 3 ਵਜੇ ਮੀਟਿੰਗ ਹੋਣ ਜਾ ਰਹੀ ਹੈ। ਤੁਹਾਨੂੰ ਕੀ ਲੱਗਦਾ ਉਹਦੇ ਵਿੱਚ ਕੋਈ ਸਿੱਟਾ ਕੱਢੂਗੀ ਸਰਕਾਰ? ਕੀ ਚਲੋ ਜੇ ਸਿੱਟਾ ਕੱਢੇਗੀ ਤਾਂ ਬਹੁਤ ਵਧੀਆ, ਪਰ ਇਹਨਾਂ ਦੀ ਨੀਤੀ ਹੈ ਨਹੀਂ ਕੱਢਣ ਵਾਲੀ। ਜਿਹੜੀ ਸਰਕਾਰਾਂ ਦੀ ਨੀਤੀ ਹੈ ਨਾ ਬਹੁਤ ਮਾੜੀ ਹੈ। ਇਹ ਜਾਣ ਕੇ ਜ਼ਿਮੀਂਦਾਰਾਂ ਨੂੰ ਪਰੇਸ਼ਾਨ ਕਰ ਰਿਹਾ ਹੈ, ਬਹੁਤ ਜ਼ਿਆਦਾ ਕਰ ਰਿਹਾ ਹੈ। ਸਾਡੇ ਨਾਲ ਕੁਝ ਹੋਰ ਵੀ ਕਿਸਾਨ ਆਗੂ ਨੇ ਜੀ, ਉਹਨਾਂ ਨਾਲ ਵੀ ਗੱਲ ਕਰਨੀ ਚਾਹਾਂਗੇ। ਕੀ ਕਹਿਣਾ ਸਰਦਾਰ ਜੀ, ਜਿਹੜੇ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਜਿਹੜੀ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਤੁਹਾਡਾ ਸੰਘਰਸ਼ ਜਿਹੜਾ ਚੱਲ ਰਿਹਾ ਉਹਨੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜੀ ਸਾਨੂੰ ਮੋਦੀ ਸਰਕਾਰ ਜਿਹੜੀ ਆ ਨਾ, ਕਦੀ ਸਾਨੂੰ ਭਾਂਤ ਦੀਆਂ ਬੋਲੀਆਂ ਬੋਲਦੀ, ਕਦੀ ਸਾਨੂੰ ਵਿਚੋਲੀ ਕਹਿੰਦੇ ਵੀ ਇਹ ਕਿਸਾਨ ਹੈ ਹੀ ਨਹੀਂ ਹੈ। ਇਹ ਤੁਹਾਡੇ ਸਾਹਮਣੇ ਵੀ ਆ ਜਿਹੜੇ ਇੱਥੇ ਖੜੇ ਆ ਅਸੀਂ, ਇਹ ਕਿਸਾਨ ਹੈ। ਤੁਹਾਨੂੰ ਵੀ ਪਤਾ ਵੀ ਇਹ ਕਿਸਾਨ ਹੈ ਕਿ ਜਾਂ ਇਹ ਬਾਹਰੋਂ ਆਇਓ ਬੰਦੇ, ਕੋਈ ਵਿਚੋਲੀ ਹੈ। ਮੇਰੀ ਬੇਨਤੀ ਇਹ ਆ ਮੋਦੀ ਸਰਕਾਰ ਨੂੰ, ਤੂੰ ਸਾਡਾ ਪ੍ਰਧਾਨ ਮੰਤਰੀ ਆ, ਉਹ ਜਿਹੋ ਜਿਹੀਆਂ ਤੂੰ ਗੱਲਾਂ ਕਰਨਾ, ਬੇਸ਼ਰਮੀ ਵਾਲੀਆਂ ਗੱਲਾਂ ਕਰਨਾ ਸਾਡੇ ਨਾਲ। ਸਾਨੂੰ ਕਹੇ ਦੀ ਕੋਹ ਕਹਿਣਾ, ਕਦੀ ਕਹਿਣਾ ਝੋਲੀ ਚੋਕਾ, ਕਦੀ ਕੋਹ ਕਹਿੰਦੇ ਆ। ਤੇਰੇ ਮੰਤਰੀ ਵੀ, ਤੇਰੇ ਜਿਹੜੇ ਵਿੱਚ ਮੀਡੀਆ ਵਾਲੇ ਬੰਦੇ ਵੀ ਹੈ, ਉਹ ਵੀ ਸਾਨੂੰ ਗਲਤ ਬੋਲੇ ਕਰਦੇ ਆ। ਮੈਂ ਉਹਨਾਂ ਨੂੰ ਵੀ ਕਹਿਣਾ ਵੀ ਆਪਣੇ ਆਪ ਨੂੰ ਸੰਭਲ ਲਓ। ਸਾਡੇ ਪੁਰਖੇ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਸਾਨੂੰ ਜੀਣਾ ਤੇ ਮਰਨਾ ਸਿਖਾ ਲਿਆ। ਜੀਣਾ ਹੈ ਤੇ ਮਰਨਾ ਸਿੱਖੋ, ਗਲੀ ਗਲੀ ਮੇਂ ਲੜਨਾ ਸਿੱਖੋ। ਅਸੀਂ ਕਿਸੇ ਨੂੰ ਡਰਾਉਂਦੇ ਨਹੀਂ ਆ, ਨਾ ਕਿਸੇ ਤੋਂ ਡਰਦੇ ਆ। ਇਹ ਜਿਹੜੇ ਕਾਲੇ ਕਾਨੂੰਨ ਹੈ, ਜੇ ਸਾਡੇ ਹੱਕ 'ਚ ਹੋਣ, ਜਦੋਂ ਅਸੀਂ ਸਾਨੂੰ ਚਾਹੁੰਦੇ ਆ, ਜਿਹੜੇ ਕਿਸਾਨ ਚਾਹੁੰਦੇ ਆ ਵੀ ਸਾਨੂੰ ਨਹੀਂ ਇਹ ਕਾਨੂੰਨ ਚਾਹੀਦੇ, ਤੂੰ ਸਾਨੂੰ ਜਦੋਂ ਵਧੀ ਕਿਉਂ ਤੈਅ ਕਰਨਾ? ਅਸੀਂ ਕਹਿੰਦੇ ਆ ਜਿਹੜੇ ਕਾਲੇ ਕਾਨੂੰਨ ਆ, ਜਿਹੜੇ 3-4 ਕਾਨੂੰਨ ਨੇ ਪਾਸ ਕੀਤੇ ਆ, ਉਹ ਕਿਸਾਨਾਂ ਦੇ ਹੱਕ ਵਿੱਚ ਨਹੀਂ ਆ। ਸਾਨੂੰ ਜਿਹੜੇ ਪੁਰਾਣੀਆਂ ਕਾਨੂੰਨ ਆ, ਜਿਹੜਾ ਸਾਡੇ ਮੰਡੀਆਂ ਵਿੱਚ ਜਿਸ ਤਰ੍ਹਾਂ ਦਾਣੇ ਚੁਕਾਉਂਦੇ ਆ, ਸਾਨੂੰ ਉਹੀ ਕਾਨੂੰਨ ਚੰਗਾ। ਜਦੋਂ ਅਸੀਂ ਕਿਸਾਨ ਚਾਹੁੰਦੇ ਵੀ ਸਾਨੂੰ ਉਹ ਕਾਨੂੰਨ ਚੰਗਾ, ਸਾਡੇ ਕਾਹਨੂੰ ਥੋਪੇ ਕਰਨਾ ਤੂੰ? ਅਸੀਂ ਜਿੰਨਾ ਚਿਰ ਸਾਡੇ ਕਿਸਾਨ ਸਾਥੀ ਉੱਥੇ ਬੈਠੇ ਹੋਇਆ, ਸਾਡੇ ਵਿੱਚ ਕੋਈ ਪਾਰਟੀ ਵਾਲਾ ਨਹੀਂ, ਕੋਈ ਪਾਰਟੀ ਦਾ ਬੰਦਾ ਨਹੀਂ ਇੱਥੇ। ਸਾਡੇ ਵਿੱਚ ਪਿਓਰ ਕਿਸਾਨੀ ਤਾਂ ਮਜ਼ਦੂਰਾਂ ਦੇ ਬੰਦੇ ਆ। ਅਸੀਂ ਦੱਸਣਾ ਚਾਹੁੰਦੇ ਹਾਂ, ਕਿਸਾਨ ਮਜ਼ਦੂਰ ਜਿਹੜਾ ਇੱਕ ਹੋ ਚੁੱਕਾ। ਜਿੰਨਾ ਚਿਰ ਮੋਦੀ ਤੂੰ ਕਹਿੰਦਾ ਮੈਂ ਇਹ ਪਿੱਛੇ ਨਹੀਂ ਹਟਣਾ, ਜੇ ਤੂੰ ਪਿੱਛੇ ਨਹੀਂ ਹਟਣਾ, ਅਸੀਂ ਮਰਨਾ ਜਾਣਦੇ ਹਾਂ। ਅਸੀਂ ਮਾਫੀ ਮੰਗਣੀ ਨਹੀਂ ਜਾਣਦੇ, ਅਸੀਂ ਮਰਨਾ ਜਾਣਦੇ, ਅਸੀਂ ਮਾਫੀ ਮੰਗਣੀ ਜਾਣਦੇ। ਜੋ ਸਾਡੇ ਲੀਡਰਸ਼ਿਪ ਉੱਤੇ ਕਰੇਗੀ, ਅਸੀਂ ਉਹਦੇ ਇਖਤਿਆਰ ਦੇ ਨਾਲ ਅੱਗੇ ਵਧਾਂਗੇ। ਜੈ ਜਨਤਾ, ਜੈ ਸੰਘਰਸ਼। ਕਿ ਜਿੱਥੇ ਕਿ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਕਾਨੂੰਨ ਜਿਹੜੇ ਨੇ ਉਹ ਕਿਸਾਨਾਂ ਦੇ ਹਿੱਤ ਦੇ ਵਿੱਚ ਨੇ, ਪਰ ਕੁਝ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਵੱਲੋਂ ਗੁੰਮਰਾਹ ਕੀਤਾ ਜਾ ਰਿਹਾ ਕਿਸਾਨ ਆਗੂਆਂ ਨੂੰ। ਦੇਖੋ ਜੀ, ਸਾਡੀ ਲੀਡਰਸ਼ਿਪ ਹੈ ਬੜੀ ਪੜ੍ਹੀ ਲਿਖੀ ਹੈ। ਅਸੀਂ ਕਿਸਾਨ ਵੀ ਪੂਰੀ ਤਰ੍ਹਾਂ ਜਾਣਦੇ ਹਾਂ ਵੀ ਇਹ ਸਾਡੇ ਹੱਕ 'ਚ ਹੈ ਕਿ ਨਹੀਂ ਹੈ। ਜੇ ਸਾਡੇ ਹੱਕ 'ਚ ਹੁੰਦੇ ਅਸੀਂ ਮੰਨ ਲੈਂਦੇ। ਸਾਨੂੰ ਚਾਹੀਦੇ ਨਹੀਂ, ਇਹ ਸਾਡੇ ਬਿਲਕੁਲ ਖਿਲਾਫ ਨੇ। ਔਰ ਅਸੀਂ ਇਹ ਜਦ ਤੱਕ ਰੱਦ ਨਹੀਂ ਹੁੰਦੇ ਉਦੋਂ ਤੱਕ ਸਾਡਾ ਸੰਘਰਸ਼ ਚੱਲਦਾ ਰਹੇਗਾ। ਸਾਡੇ ਭਰਾ ਜਿਹੜੇ ਇੱਥੋਂ ਵੀ ਗਏ ਹੈ, ਪੂਰੇ ਪੰਜਾਬ 'ਚੋਂ ਵੀ ਗਏ, ਹੁਣ ਤਾਂ ਇਹ ਇਕੱਲੇ ਪੰਜਾਬ ਦਾ ਨਹੀਂ, ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਘੋਲ ਬਣ ਗਿਆ ਹੈ। ਉਹ ਸਾਰੇ ਕਿਸਾਨ ਆ ਕੇ ਦਿੱਲੀ ਦੇ ਦੁਆਲੇ ਬਹਿ ਗਏ ਨੇ। ਔਰ ਇਹਨੂੰ ਅਸੀਂ ਉਸ ਸਮੇਂ ਤੱਕ ਅੱਗੇ ਲੈ ਕੇ ਜਾਵਾਂਗੇ ਜਦ ਤੱਕ ਇਹ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ। ਅਸੀਂ ਜਿਹੜੇ ਸਾਡੇ ਵੀਰ ਅੱਗੇ ਗਏ ਹੈ, ਉਹਨਾਂ ਦੀ ਸੈਕੰਡ ਡਿਫੈਂਸ ਲਾਈਨ ਜਿਹੜੀ ਹੈ, ਅਸੀਂ ਉਹਨਾਂ ਦੇ ਪਿੱਛੇ ਹੋਰ ਜਿਹੜੇ ਆ ਉਹਨਾਂ ਨੂੰ ਵਰਕਰਸ ਨੂੰ ਤਿਆਰ ਕਰ ਰਹੇ ਹਾਂ। ਸਾਡੇ ਵਲੰਟੀਅਰਸ ਪਿੰਡਾਂ 'ਚ ਮੀਟਿੰਗਾਂ ਕਰ ਰਹੇ ਆ, ਉਹ ਵੀ ਜਾਣਗੇ। ਔਰ ਉਹਨਾਂ ਨੂੰ ਸਾਨੂੰ ਭਾਵੇਂ ਸਾਲਾਂ ਬੱਧੀ ਉੱਥੇ ਬਹਿਣਾ ਪਵੇ, ਉਹਦੇ ਵਾਸਤੇ ਰਾਸ਼ਨ
ਉਹਦੇ ਵਾਸਤੇ ਹੋਰ ਜਿੰਨਾ ਸਮਾਨ ਦੀ ਲੋੜ ਹੋਏਗੀ ਅਸੀਂ ਬਕਾਇਦਾ ਨਾਲ ਦੀ ਨਾਲ ਉਹਦੀ ਸਪਲਾਈ ਕਰਾਂਗੇ। ਜਦ ਤੱਕ ਇਹ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਸਾਡਾ ਸੰਘਰਸ਼ ਇੱਦਾਂ ਜਾਰੀ ਰਹੇਗਾ। ਇੱਥੇ ਵੀ ਦਿੱਲੀ 'ਚ ਵੀ ਰਹੇਗਾ ਤੇ ਇਹਨਾਂ ਟੋਲ ਪਲਾਜ਼ਿਆਂ ਤੇ ਵੀ ਰਹੇਗਾ। ਸਰਕਾਰ ਜਦੋਂ ਇਹ ਸਾਡੇ ਕਾਨੂੰਨ ਵਾਪਸ ਲਏਗੀ ਉਹ ਤੋਂ ਬਾਅਦ ਸਾਡੀ ਜਿਹੜੀ ਲੀਡਰਸ਼ਿਪ ਹੈ ਸਾਨੂੰ ਜਿੱਦਾਂ ਦਾ ਸਾਨੂੰ ਹੁਕਮ ਕਰਨਗੇ ਅਸੀਂ ਉਹਨਾਂ ਦੇ ਹੁਕਮਾਂ ਦੇ ਉੱਤੇ ਚੱਲਦੇ ਰਹਾਂਗੇ। ਔਰ ਇਹ ਵੀ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਜਿਹੜਾ ਘੋਲ ਹੈ ਇਹ ਹੁਣ ਕੇਵਲ ਕਿਸਾਨ ਦਾ ਘੋਲ ਨਹੀਂਗਾ। ਇਹਦੇ ਵਿੱਚ ਮੁਲਾਜ਼ਮ, ਇਹਦੇ ਵਿੱਚ ਮਜ਼ਦੂਰ, ਇਹਦੇ ਵਿੱਚ ਪੈਨਸ਼ਨਰ ਲੋਕ ਜਿਹੜੇ ਹੈ ਉਹ ਸ਼ਾਮਲ ਹੋ ਚੁੱਕੇ ਹੈ। ਐਸ ਸਾਡੇ ਟੋਲ ਪਲਾਜ਼ੇ ਤੇ ਵਿੱਚ ਵੀ 1 ਦਿਨ 2 ਦਿਨ ਲਈ ਜਿਹੜਾ ਹੈ ਉਹ ਪੈਨਸ਼ਨਰ ਵੀ ਇੱਥੇ ਭਾਗ ਲੈ ਚੁੱਕੇ ਆ। ਇੱਥੇ ਪੂਰਾ ਦਿਨ ਉਹ ਬਹਿ ਕੇ ਗਏ ਆ। ਮਜ਼ਦੂਰ ਜਿਹੜੇ ਆਪਣੇ ਮੁਲਾਜ਼ਮ ਨੇ ਉਹ ਵੀ ਧਰਨਾ ਦੇ ਕੇ ਗਏ ਆ। ਆਂਗਣਵਾੜੀ ਵਰਕਰਸ, ਦੂਸਰੇ ਜਿਹੜੀਆਂ ਬੀਬੀਆਂ ਨੇ ਜਿਹੜੀਆਂ ਮੁਲਾਜ਼ਮ ਨੇ ਉਹ ਵੀ ਇੱਥੇ ਬਹਿ ਕੇ ਗਈਆਂ ਨੇ। ਔਰ ਇਹ ਜਿਹੜਾ ਸਾਡਾ ਘੋਲ ਹੈ ਇਹ ਹੁਣ ਇੱਕ ਲੋਕ ਘੋਲ ਬਣ ਜਾਏਗਾ। ਇਹ ਹੁਣ ਸਿਰਫ ਕਿਸਾਨਾਂ ਦਾ ਘੋਲ ਨਹੀਂ ਹੈ ਔਰ ਅਸੀਂ ਇਹਨੂੰ ਉਦੋਂ ਤੱਕ ਜਾਰੀ ਰੱਖਾਂਗੇ ਜਦ ਤੱਕ ਜਿਹੜੀ ਸਰਕਾਰ ਆ ਉਹ ਕਾਨੂੰਨ ਨਹੀਂ ਰੱਦ ਕਰਦੀ। ਚਾਹੇ ਸਾਨੂੰ ਇਹਦੇ ਵਾਸਤੇ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਕੁਝ ਕਿਸਾਨ ਲਿਖ ਜਾਣ, ਕੁਝ ਸਰਕਾਰ ਖੁਦ ਲਿਖਦੀ ਹੈ ਕਿ ਇਸ ਬਾਰੇ ਕੀ? ਦੇਖੋ, ਕਿਸਾਨ ਦੇ ਲਿਖਣ ਦਾ ਕੋਈ ਮਤਲਬ ਹੀ ਹੈ ਨਹੀਂ। ਕੋਈ ਕਿਸਾਨ ਦੇ ਹੱਕ 'ਚ ਕੋਈ ਇਹਦੇ 'ਚ ਗੱਲ ਹੋਵੇ ਤੇ ਫਿਰ ਤਾਂ ਕਿਸਾਨ ਲਿਖ ਜਾਣਗੇ। ਜਦ ਇਹ ਟੋਟਲ ਕਿਸਾਨ ਦੇ ਵਿਰੋਧੀ ਹੈ ਇਸ ਕਰਕੇ ਕਿਸਾਨ ਦਾ ਲਿਖਣ ਦਾ ਕੋਈ ਮਤਲਬ ਨਹੀਂਗਾ। ਇਹਦੇ 'ਚ ਅਸੀਂ ਅਮੈਂਡਮੈਂਟ ਨਹੀਂ, ਅਸੀਂ ਇਹਨੂੰ ਰੱਦ ਕਰਾ ਕੇ ਲਾਂਗੇ। ਸਾਨੂੰ ਆਖਰੀ ਆਪਣੇ ਦਮ ਤੱਕ ਅਸੀਂ ਇਸ ਘੋਲ ਨੂੰ ਜਾਰੀ ਰੱਖਾਂਗੇ। ਸਾਨੂੰ ਭਾਵੇਂ ਕਿੰਨੀਆਂ ਕੁਰਬਾਨੀਆਂ ਕਰਨੀਆਂ ਪੈਣ। ਪੰਜਾਬ ਦਾ ਇਤਿਹਾਸ ਹੈ, ਪੰਜਾਬ ਸਦਾ ਕੁਰਬਾਨੀਆਂ ਕਰਦਾ ਆਇਆ ਹੈ ਔਰ ਕਰਦਾ ਰਹੇਗਾ। ਇੱਥੇ ਭਾਵੇਂ ਅਬਦਾਲੀ ਆਇਆ ਹੋਵੇ, ਇੱਥੇ ਭਾਵੇਂ ਕੋਈ ਹੋਰ ਜੁਰਮਾਨਾ ਆਇਆ ਹੋਵੇ, ਅਸੀਂ ਪੰਜਾਬੀਆਂ ਨੇ ਉਹਦਾ ਮੁਕਾਬਲਾ ਕੀਤਾ ਹੈ। ਔਰ ਮੈਂ ਇੱਕ ਹੋਰ ਬੜੀ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਇਹ ਸਰਕਾਰ ਦੇ ਜਿਹੜੇ ਪਾਏ ਹੋਏ ਇਸ ਤਰ੍ਹਾਂ ਦੇ ਭੁਲੇਖੇ ਹੈ ਵੀ ਇਹ ਅੱਤਵਾਦੀਆਂ ਦਾ ਹੈ, ਇਹ ਵਿਚੋਲਿਆਂ ਦਾ ਹੈ। ਕਿਤੇ ਨਾ ਕਿਤੇ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਪੰਜਾਬੀ ਲੋਕ, ਜਿਹੜੇ ਕਿਸਾਨ ਲੋਕ ਦਿੱਲੀ ਦੇ ਵਿੱਚ ਆਏ ਨੇ ਉਹ ਖਾਲਿਸਤਾਨ ਦੀ ਸਮਰਥਨ ਨੂੰ ਲੈ ਕੇ ਜਾਂ ਕੁਝ ਅਜਿਹਾ ਵੀ ਕਿਹਾ ਜਾ ਰਿਹਾ ਜੇ ਅੱਤਵਾਦੀ ਨੇ, ਖਾਲਿਸਤਾਨੀ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਕੋਈ ਇਦਾਂ ਦੀ ਗੱਲ ਨਹੀਂ। ਤੁਸੀਂ ਦੇਖਦੇ ਹੋ ਸਾਡੇ ਵਿੱਚ ਅਸੀਂ ਸਾਰੇ ਧਰਮਾਂ ਦੇ ਲੋਕ ਇੱਥੇ ਬੈਠੇ ਹੋਏ ਹਾਂ। ਸਾਡਾ ਪੰਜਾਬੀ, ਪਹਿਲੇ ਅਸੀਂ ਪੰਜਾਬੀ ਹਾਂ, ਫਿਰ ਅਸੀਂ ਭਾਰਤੀ ਹਾਂ ਔਰ ਓਵਰਆਲ ਅਸੀਂ ਇਨਸਾਨ ਹਾਂ। ਸਾਡਾ ਧਰਮ ਇਨਸਾਨੀਅਤ ਹੈ, ਸਾਡਾ ਕੋਈ ਹੋਰ ਧਰਮ ਨਹੀਂ। ਨਾ ਕਿਸੇ ਖਾਲਿਸਤਾਨ ਦਾ ਇੱਥੇ ਕੋਈ ਬੰਦਾ ਹੈ, ਨਾ ਕਿਸੇ ਹੋਰ ਦਾ, ਨਾ ਕਿਸੇ ਕਿਸਾਨ ਜਥੇਬੰਦੀ ਦੀ ਇਹ ਮੰਗ ਹੈ। ਔਰ ਉਹ ਕਿਤੇ ਅਜਿਹੇ ਵਰਡਿੰਗ ਸਰਕਾਰਾਂ ਜਿਹੜੀਆਂ ਅਜਿਹੇ ਸ਼ਬਦ ਜਿਹੜੇ ਵਰਤ ਰਹੀਆਂ ਖਾਲਿਸਤਾਨੀ ਵਗੈਰਾ ਕਹਿ ਕੇ, ਜਾਤਵਾਦੀ ਕਹਿ ਰਹੇ, ਕਿਤੇ ਤਾੜਪੇ ਨੂੰ ਜਿਹੜਾ ਕਿਤੇ ਸੰਘਰਸ਼ ਨੂੰ ਕਰਨ ਦੀ ਕੋਸ਼ਿਸ਼ ਤੇ ਨਹੀਂ ਹੈਗੀ? ਬਿਲਕੁਲ ਇਹੀ ਹੈ ਕਿ ਉਹ ਚਾਹੁੰਦੇ ਆ ਕਿ ਸਾਡੇ ਜਿਹੜਾ ਇਹ ਸੰਘਰਸ਼ ਹੈ ਇਹਨੂੰ ਤਾਰਪੀਡੋ ਕੀਤਾ ਜਾਵੇ, ਜਿਹਦੇ 'ਚ ਸਰਕਾਰ ਨੂੰ ਅਸੀਂ ਕਦੇ ਵੀ ਸ਼ਾਮਲ ਨਹੀਂ ਇਹਦੇ 'ਚ ਸਫਲ ਨਹੀਂ ਹੋਣ ਦਿਆਂਗੇ। ਅਸੀਂ ਸਾਡੇ ਸਾਹਾਂ 'ਚ ਸਾਹ ਹੈ, ਅਸੀਂ ਭਰਾ ਹੈ, ਚਾਹੇ ਉਹ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਕਿਸੇ ਧਰਮ ਨੂੰ ਕੋਈ ਮੰਨਣ ਵਾਲਾ ਹੈ, ਚਾਹੇ ਉਹ ਕਿਸੇ ਵੀ ਜਾਤੀ ਨੂੰ ਦਾ ਹੈ। ਅਸੀਂ ਸਾਰੇ ਭਾਈ ਹਾਂ, ਅਸੀਂ ਭਾਰਤੀ ਹਾਂ ਔਰ ਭਾਰਤੀ ਰਹਿਣਾ ਔਰ ਆਪਣੀਆਂ ਜਿਹੜੀਆਂ ਮੰਗਾਂ ਉਹ ਅਸੀਂ ਮਨਾਉਣੀਆਂ। ਸਰਕਾਰ ਸਾਡੇ 'ਚ ਫੁੱਟ ਨਹੀਂ ਪਾ ਸਕਦੀ। ਇਹ ਸਾਡਾ ਇਤਿਹਾਸ ਰਿਹਾ। ਅਸੀਂ ਇਹਦੇ 'ਚ ਇਹਨੂੰ ਸਫਲ ਨਹੀਂ ਹੋਣ ਦਾਂਗੇ ਸਰਕਾਰ ਨੂੰ। ਜਿਸ ਤਰ੍ਹਾਂ ਕਿ ਤੁਸੀਂ ਵਿਚਾਰ ਸੁਣੇ ਨੇ, ਕੁਝ ਹੋਰ ਵੀ ਲੋਕਾਂ ਨਾਲ ਗੱਲ ਕਰਾਂ ਚਾਹਾਂਗੇ ਕਿ ਕੀ ਕਹਿਣਾ ਹੈ ਕਿ ਜਿਹੜਾ ਦਿੱਲੀ ਦੇ ਵਿੱਚ ਕਿਸਾਨਾਂ ਵੱਲੋਂ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਿਹਾ, ਅੱਜ 6 ਤੋਂ 7 ਦਿਨ ਹੋ ਗਏ ਜੀ, ਕੀ ਸਰਕਾਰ ਅੱਜ ਆਵਾਜ਼ ਜਿਹੜੀ ਮੀਟਿੰਗ ਜਿਹੜੀ ਅੱਜ 3 ਵਜੇ ਦੀ ਮੀਟਿੰਗ ਰੱਖੀ ਗਈ ਹੈ ਕਿ ਉਹਦੇ ਵਿੱਚ ਸਰਕਾਰ ਦੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ, ਜਿਹੜੀ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਕੀ ਹੱਕ ਦੇ ਵਿੱਚ ਉਤਰੇਗੀ ਕਿ ਨਹੀਂ ਉਤਰੇਗੀ? ਦੇਖੋ ਜੀ, ਲੱਗਦਾ ਤੇ ਹੈ ਨਹੀਂ ਉਤਰੇਗੀ। ਸਿਰਫ ਅਸੀਂ ਬੈਠੇ ਹਾਂ ਤੇ ਕੋਈ ਨਜ਼ਰ ਹੀ ਨਹੀਂ ਆਉਂਦਾ। ਉਹਦਾ ਕਾਰਨ ਇਹ ਹੈ ਵੀ ਜਿੰਨੇ ਵੀ ਬੀਜੇਪੀ ਦੇ ਲੀਡਰ ਹੈ, ਸਾਹਿਬਾਨ ਆ ਜਾਂ ਕੋਈ ਉਹਨਾਂ ਦੇ ਜੋ ਵੀ ਹੈਗੇ ਆ ਮਿਨਿਸਟਰ, ਉਹਨਾਂ ਦਾ ਇੱਕ ਬੰਦੇ ਦਾ ਵੀ ਇਦਾਂ ਦਾ ਚੱਜ ਦਾ ਬਿਆਨ ਨਹੀਂ ਆਇਆ ਜਿਹੜੀ ਸਾਡੀ ਸਮਝ ਆਵੇ। ਉਹ ਇਹੀ ਕਹੀ ਜਾਣੇ ਜਾਂਦੇ ਆ ਵੀ ਆਓ ਗੱਲ ਕਰਦੇ ਆ, ਤੁਹਾਨੂੰ ਸਮਝਾਉਂਦੇ ਆ। ਤੇ ਸਾਨੂੰ ਕੀ ਸਮਝਾਉਣਾ? ਅਸੀਂ ਤੁਹਾਡੇ ਨਾਲੋਂ ਜ਼ਿਆਦਾ ਸਮਝਦਾਰ ਹਾਂ। ਅਸੀਂ ਤੁਹਾਨੂੰ ਉੱਥੇ ਬਣਾ ਕੇ ਭੇਜਿਆ ਤੇ ਸਾਨੂੰ ਬੇਵਕੂਫ ਨਾ ਬਣਾਓ। ਤੇ ਜੇ ਕੋਈ ਚੱਜ ਦਾ ਹੁੰਦਾ ਤੇ ਠੀਕ ਹੈ, ਨਹੀਂ ਤਾਂ ਅਸੀਂ ਬੈਠੇ ਹਾਂ, ਫਿਰ ਦੇਖਾਂਗੇ ਕੋਈ ਹੋਰ ਰਾਹ ਲੱਭ ਲਵਾਂਗੇ। ਕਹਿੰਦੇ ਹਨ ਕਿ ਕੋਈ ਸਮਾਂ ਹੁੰਦਾ ਕਿ ਲੀਡਰ ਤੁਹਾਡੇ ਘਰ ਵੋਟਾਂ ਮੰਗਣ ਲਈ ਆਉਂਦੇ ਨੇ। ਅੱਜ ਜਨਤਾ ਨੂੰ ਆਵਾਜ਼ ਪਹੁੰਚਾਉਣ ਲਈ ਸੜਕਾਂ 'ਤੇ ਉਤਰਨਾ ਪੈ ਰਿਹਾ ਹੈ ਕਿ ਸਰਕਾਰ ਦੇ ਕੰਨਾਂ ਤੱਕ ਜਨਤਾ ਦੀ ਆਵਾਜ਼ ਪਹੁੰਚੇ, ਪਰ ਕਿਤੇ ਨਾ ਕਿਤੇ ਲੀਡਰ ਜਿਹੜੇ ਆ ਉਹ ਨਹੀਂ ਪਹੁੰਚੇ ਤੁਹਾਡੇ ਕੋਲ ਵੀ ਇਸੇ ਧਰਨਿਆਂ ਦੇ ਵਿੱਚ। ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਲੀਡਰਾਂ ਨੇ ਇਹਨਾਂ ਨੇ ਕਿਸੇ ਨੇ ਧਰਨੇ 'ਚ ਨਹੀਂ ਆਉਣਾ। ਜਿਹੜੇ ਤੇ ਹੈਗੇ ਆ ਆਪੋਜੀਸ਼ਨ ਦੇ ਲੀਡਰ, ਉਹਨਾਂ ਨੂੰ ਤੇ ਸਾਡੀ ਜਿਹੜੇ ਕਿਸਾਨ ਸੰਘ ਜਿਹੜੇ ਸਾਡੇ ਲੀਡਰ ਹੈ ਉਹਨਾਂ ਨੇ, ਅਸੀਂ ਆਪ ਵੀ ਕਹਿ ਦਿੱਤਾ ਵੀ ਸਾਨੂੰ ਕੋਈ ਕਿਸੇ ਪਾਰਟੀ ਦਾ ਲੀਡਰ ਨਹੀਂ ਆਉਣਾ ਚਾਹੀਦਾ ਹੈ।
ਨਾ ਹੀ ਉਹਨੂੰ ਇੱਥੇ ਬੋਲਣ ਦੇਣਾ। ਜੇ ਆਉਣਾ ਤੇ ਪਿੱਛੇ ਆ ਕੇ ਬਹਿ ਜਾਓ ਤੇ ਕਿਸਾਨਾਂ ਦਾ ਪਿੱਛੇ ਆ ਕੇ ਤੇ ਸਮਰਥਨ ਕਰੀ ਜਾਓ। ਬਾਕੀ ਕਿਤੇ ਨਾ ਕਿਤੇ ਤਾਂ ਉਹਨਾਂ ਦਾ ਰੋਲ ਤਾਂ ਬਣਦਾ ਹੀ ਹੈ ਜੀ ਕਿ ਤੁਹਾਡੀ ਆਵਾਜ਼ ਜਿਹੜੀ ਸਰਕਾਰ ਤੱਕ ਪਹੁੰਚਾਈ ਜਾਵੇ। ਉਹ ਰੋਲ ਨਹੀਂ ਪਜਾਉਂਦੇ ਪਏ ਜੀ। ਉੱਥੇ ਹੁਣ ਤਾਂ ਕੱਲ੍ਹ ਦੀ ਤੇ ਹੋਰ ਤਰ੍ਹਾਂ ਦੀ ਲੜਾਈ ਸ਼ੁਰੂ ਕਰਤੀ ਆ। ਕੇਜਰੀਵਾਲ ਨੂੰ ਕੈਪਟਨ ਕਹੀ ਜਾਂਦਾ, ਕੈਪਟਨ ਨੂੰ ਕੇਜਰੀਵਾਲ ਕਹੀ ਜਾਂਦਾ। ਇਹ ਸਾਨੂੰ ਇਹ ਸਭ ਭੁਲੇਖਿਆਂ 'ਚ ਪਾਉਣ ਦੇ ਚੱਕਰ 'ਚ ਹੈ। ਤੇ ਇਹ ਜਿੱਦਾਂ ਦੇ ਭੁਲੇਖੇ, ਇਹ ਹੁਣ ਇਹਨਾਂ ਦੀ ਸਿਆਸਤ, ਇਹ ਇਹਨਾਂ ਨੇ 22 ਦਾ ਇਲੈਕਸ਼ਨ ਲੜਨਾ ਸਾਡੇ ਸਿਰ ਤੇ। ਇਹ ਜਿੰਨੀਆਂ ਵੀ ਪਾਰਟੀਆਂ ਨੇ ਨਾ ਸਾਡੇ ਤੇ 22 ਦਾ ਇਲੈਕਸ਼ਨ ਲੜਨਾ। ਪਰ ਸਾਡੀ ਕੋਸ਼ਿਸ਼ ਇਹ ਹੈ ਵੀ ਅਸੀਂ ਇਹ ਕੰਮ ਨਹੀਂ ਹੋਣ ਦੇਣਾ। ਅੱਗੇ ਜੇ ਹੋ ਜਾਏਗਾ ਕਰਾਉਣਾ ਇੰਨੀ ਆ, ਜਿੱਦਾਂ ਹੁਣ ਦੱਸਦੇ ਪਏ ਹੋ ਤੁਸੀਂ ਵੀ ਉਹ ਕਹਿੰਦੇ ਅੱਤਵਾਦੀ ਆ ਗਏ ਵਿੱਚ ਆ ਗਏ। ਇਹ ਅਸੀਂ ਨਹੀਂ ਅੱਤਵਾਦੀਏ ਬਣਨਾ, ਇਹ ਬੀਜੇਪੀ ਨੇ ਭੇਜਣੇ ਆਪਣੇ। ਇਹ ਨੱਪਣੇ ਬੰਦੇ ਭੇਜ ਕੇ 4 ਖੜੇ ਕਰ ਦੇਣੇ ਆ ਤੇ ਕਹਿ ਦੇਣਾ ਜੀ ਆ ਗਏ ਖਾਲਿਸਤਾਨੀ। ਸਾਡੇ ਵਿੱਚ ਕੋਈ ਖਾਲੇ ਤੇ ਅਸੀਂ ਰੋਜੀ ਰੋਟੀ ਕਮਾਉਣ ਵਾਲੇ ਲੋਕ ਆ। ਜੇਕਰ ਅੱਜ ਜਿਹੜੀ ਮੀਟਿੰਗ ਜਿਹੜੀ ਸੈਂਟਰ ਦੇ ਨਾਲ ਜਿਹੜੀ ਹੋਣ ਜਾ ਰਹੀ ਹੈ ਲੀਡਰਾਂ ਦੀ, ਸਾਡੇ ਕਿਸਾਨ ਆਗੂਆਂ ਦੀ, ਜੇ ਉਹ ਬੇਸਿੱਟਾ ਨਿਕਲਦੀ ਕਿ ਅਗਲਾ ਸੰਘਰਸ਼ ਕਿਸ ਤਰ੍ਹਾਂ ਦਾ ਹੋਵੇਗਾ ਜੀ? ਇਸ ਤਰ੍ਹਾਂ ਜੀ ਵੀ 25 ਤੇ 26 ਨੂੰ ਜਿਹੜਾ ਸਾਡੇ ਕੁੱਲ ਹਿੰਦ ਜਿਹੜਾ ਸੰਯੁਕਤ ਕਿਸਾਨ ਮੋਰਚਾ ਹਿੰਦੁਸਤਾਨ ਦੇ ਵਿੱਚ ਹੋਂਦ ਵਿੱਚ ਆਇਆ, ਜਿਹਦੇ ਵਿੱਚ ਲਗਭਗ 500 ਜਥੇਬੰਦੀਆਂ ਉਸ ਮੋਰਚੇ ਦੇ ਵਿੱਚ ਉਹਨਾਂ ਦੀ ਲੀਡਰਸ਼ਿਪ ਸ਼ਾਮਲ ਹੈ। ਉਹਨੇ ਕਾਲ ਦਿੱਤੀ ਸੀ 25 ਤੇ 26 ਨੂੰ ਦਿੱਲੀ ਘੇਰੋ। ਦਿੱਲੀ ਘੇਰੋ ਲਈ ਸਰਕਾਰ ਨੇ ਜਿਹੜਾ ਅਖਤਿਆਰ ਬਣਾਇਆ ਸੀ ਕਿ ਇਹਨਾਂ ਨੂੰ ਐਂਟਰ ਨਾ ਹੋਣ ਦਿੱਤਾ ਜਾਏ। ਪਹਿਲੀ ਸਾਡੀ ਟੱਕਰ ਜਿਹੜੀ ਸੀ ਉਹ ਹਰਿਆਣੇ ਦੀ ਖੱਟਰ ਸਰਕਾਰ ਨਾਲ ਹੋਈ, ਜਿਹਨੇ ਸਾਡਾ ਇਹ ਜਿਹੜਾ ਮੋਰਚਾ ਸੀ ਪਹਿਲਾਂ ਹੀ ਹਾਂਜੀ ਸ਼ੰਭੂ ਬਾਰਡਰ ਦੇ ਉੱਤੇ ਬੜੀ ਤਗੜੀ ਬੈਰੀਕਾਰਡ ਲਾ ਕੇ ਬੜੀ ਤਗੜੀ ਮੋਰਚਾਬੰਦੀ ਕੀਤੀ ਸੀ। ਲੇਕਿਨ ਸਾਡੇ ਦੁਆਬੇ ਦੇ ਜ਼ਿਲ੍ਹਿਆਂ ਦੇ ਜਿਹੜੇ ਸਾਡੇ ਜਥੇ ਸੀ ਤੇ ਮਾਲਵੇ ਦੇ ਜ਼ਿਲ੍ਹਿਆਂ ਦੇ ਜਥੇ ਸੀ, ਉਹਨਾਂ ਦੇ ਵੱਖਰੇ ਵੱਖਰੇ ਰੂਟ ਬਣੇ ਸੀ। ਔਰ ਦੁਆਬੇ ਦੇ ਸਾਡੇ 7-8 ਜ਼ਿਲ੍ਹਿਆਂ ਦੇ ਜਥੇ ਰਾਤ 25 ਤਰੀਕ ਨੂੰ ਸ਼ਾਮ ਇੱਥੋਂ ਚੱਲੇ ਨੇ। ਇੱਦਾਂ ਹੀ ਸਾਡਾ ਮਾਨਸਰ ਤੋਂ ਲੈ ਕੇ ਮੁਕੇਰੀਆਂ, ਦਸੂਆ, ਟਾਂਡਾ, ਉੜਮੁੜ, ਇਹ ਸਾਰੇ ਜਿਹੜੇ ਜਥੇ ਸੀ ਇਹ ਰਾਤ ਪਰ ਚੱਲ ਕੇ ਮੰਜੀ ਸਾਹਿਬ ਗੁਰਦੁਆਰਾ ਵਿੱਚ ਠਹਿਰੇ। ਦੂਸਰੇ ਪਾਸੇ ਸਾਡਾ 500 ਟਰਾਲੀਆਂ ਦਾ ਜਥਾ ਜਿਹੜਾ ਸੀ ਉਹ ਫਤਿਹਗੜ੍ਹ ਸਾਹਿਬ ਗੁਰਦੁਆਰੇ ਦੇ ਵਿੱਚ ਰਾਤ ਠਹਿਰੇ ਸੀ। ਤੋਂ ਸਵੇਰੇ ਲਗਾਤਾਰ ਅਰਲੀ ਉਹਨਾਂ ਨੇ ਮਾਰਚ ਕਰਕੇ ਜਦੋਂ ਸ਼ੰਭੂ ਬਾਰਡਰ ਤੇ ਪਹੁੰਚੇ ਤੇ ਉੱਥੇ ਸਭ ਤੋਂ ਪਹਿਲੇ ਸਾਡੇ ਮੁਕੇਰੀਆਂ ਤੇ ਟਾਂਡੇ ਦੇ ਸੂਏ ਦੇ ਜਥੇ ਜਦੋਂ ਪਹੁੰਚ ਗਏ ਆ ਤੇ ਵੱਡੀ ਗਿਣਤੀ ਦੇ ਵਿੱਚ ਫਿਰ ਉਹਨਾਂ ਮੋਰਚਿਆਂ ਨੂੰ ਜਿਹੜੇ ਬੈਰੀਕੇਡ ਲਾਏ ਸੀ ਉਹਨਾਂ ਨੂੰ ਤੋੜਨ ਦਾ ਯਤਨ ਕੀਤਾ। ਤੇ ਪਹਿਲੇ ਹੱਲੇ ਦੇ ਵਿੱਚ ਸਾਡੇ ਸਾਥੀਆਂ ਦੇ ਉੱਤੇ ਸਾਡੇ ਨੌਜਵਾਨ ਕਿਸਾਨ, ਹਰਿਆਣਾ ਸਰਕਾਰ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਕਿਸਾਨ ਜਿਹੜੇ ਆ ਉਹ ਦਿੱਲੀ ਨਾ ਪਹੁੰਚ ਸਕਣ। ਹਾਂਜੀ, ਕਿ ਕਿਤੇ ਨਾ ਕਿਤੇ ਹਰਿਆਣਾ ਸਰਕਾਰ ਵੀ ਕਿਤੇ ਸੈਂਟਰ ਗਵਰਨਮੈਂਟ ਦਾ ਸਾਥ ਦੇ ਰਹੀ ਸੀਗੇ, ਖੱਟੜ ਸਾਹਿਬ ਜਿਹੜੇ ਸੀਗੇ? ਬਿਲਕੁਲ ਖੱਟਰ ਸਾਹਿਬ ਤਾਂ ਬਿਲਕੁਲ ਜੋ ਮੋਦੀ ਦਾ ਇੱਕ ਭਗਤ ਹੈ ਉਹਦੇ ਇਸ਼ਾਰੇ ਦੇ ਉੱਤੇ ਚੱਲ ਕੇ ਉਹਨੇ ਸਾਰਾ ਕੁਝ ਕੀਤਾ। ਲੇਕਿਨ ਸਾਡੀਆਂ ਜਥੇਬੰਦੀਆਂ ਦੇ ਜਿਹੜੇ ਕਾਰਕੁਨ ਸੀ, ਇਹਨਾਂ ਸਾਰੀਆਂ ਉਹਦੀਆਂ ਜਿਹੜੀਆਂ ਰੋਕਾਂ ਸੀ ਉਹਨਾਂ ਨੂੰ ਤੋੜਦੇ ਹੋਏ, ਉਹ ਰੋਕਾਂ ਬਕਾਇਦਾ ਪਹਿਲੇ ਜਦੋਂ ਇਹ ਬਾਰਡਰ ਨੂੰ ਅਸੀਂ ਸ਼ੰਭੂ ਬਾਰਡਰ ਨੂੰ ਤੋੜਿਆ, ਉੱਥੋਂ ਦੀ ਰਸਤਾ ਬਣਾਇਆ, ਬੜੀਆਂ ਮੁਸ਼ਕਲਾਂ ਨਾਲ ਅਥਰੂ ਗੋਲਿਆਂ ਨੂੰ ਸਹਿੰਦੇ ਹੋਏ, ਪਾਣੀ ਦੀਆਂ ਵਿਛਾੜਾਂ ਨੂੰ ਸਹਿੰਦੇ ਹੋਏ ਸਾਰਾ ਜਿਹੜਾ ਰਸਤਾ ਸੀ, ਤੀਜੇ ਵਾਰ ਦੇ ਵਿੱਚ 2 ਵਾਰ ਪਹਿਲੇ ਉਹਨਾਂ ਦੇ ਚੱਲੇ, ਤੀਜੇ ਵਾਰ ਦੇ ਵਿੱਚ ਲੋਕ ਧੱਕ ਕੇ ਲੈ ਗਏ ਔਰ ਇਹ ਰਸਤਾ ਚੱਲਦਾ ਕੀ ਲੱਗਦਾ ਅੱਜ ਜਿਹੜੀ ਸੈਂਟਰ ਦੇ ਨਾਲ ਲੀਡਰਾਂ ਦੀ ਮੀਟਿੰਗ ਹੈ ਜੀ ਕਿਸਾਨ ਆਗੂਆਂ ਦੀ, ਕੀ ਉਹ ਕੋਈ ਨਤੀਜਾ ਤੇ ਆਊਗੀ ਕਿ ਨਹੀਂ ਆਊਗੀ? ਗੱਲ ਇਸ ਤਰ੍ਹਾਂ ਜੀ ਵੀ ਸੈਂਟਰ ਸਰਕਾਰ ਜਿਹੜੀ ਚਾਲ ਚੱਲ ਰਹੀ ਹੈ ਉਹਦੇ ਤੋਂ ਸਾਡੇ ਪੰਜਾਬ ਦੇ ਕਿਸਾਨ ਤੇ ਸਮੁੱਚੇ ਹਿੰਦੁਸਤਾਨ ਦਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਭਲੀ ਭਾਂਤ ਜਾਣੂ ਆ ਵੀ ਇਹ ਕਰਨ ਕੀ ਦੇ ਆ। ਹੌਲੀ ਹੌਲੀ ਉਹ ਜਿਹੜੀ ਗੱਲ ਕਹਿ ਰਹੇ, ਦੂਜੀ ਮੀਟਿੰਗ ਦੇ ਵਿੱਚ ਜਿਹੜੀ ਗੱਲ ਕੀਤੀ, ਜਿਹੜੀ ਪਹਿਲੀ ਮੀਟਿੰਗ ਤਾਂ ਅਸੀਂ ਜਵਾਬ ਹੀ ਦਿੱਤਾ ਸੀ, ਦੂਜੀ ਮੀਟਿੰਗ ਦੇ ਵਿੱਚ ਉਹ ਖੇਤੀ ਮੰਤਰੀ ਦੇ ਨਾਲ ਤੇ ਰੇਲਵੇ ਮੰਤਰੀ ਦੇ ਨਾਲ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਹੀ ਆਪਣਾ ਪੱਖ ਬਿਲਕੁਲ ਲਿਖਤੀ ਰੂਪ ਵਿੱਚ ਸਪਸ਼ਟ ਕਰਕੇ ਜਿਹੜੇ ਸਾਰੇ ਟੋਟਲ ਪੁਆਇੰਟ ਸੀ ਇਹਨਾਂ 3 ਬਿੱਲਾਂ ਦੇ ਖਿਲਾਫ, ਬਿਜਲੀ ਬਿੱਲ ਦੇ ਖਿਲਾਫ, ਉਹ ਲਿਖਤੀ ਰੂਪ ਵਿੱਚ ਉਹਨਾਂ ਨੂੰ ਮੰਗਾਂ ਦੇ ਰੂਪ ਵਿੱਚ ਦਿੱਤੇ ਵੀ ਇਹਦੇ ਵਿੱਚ ਤੁਸੀਂ ਸਾਡੇ ਨਾਲ ਡਿਸਕਸ ਕਰ ਲਓ। ਇੱਕ ਵੀ ਗੱਲ ਜਿਹੜੀ ਆ ਉਹ ਕਿਸਾਨੀ ਦੇ ਹਿੱਤ ਵਿੱਚ ਨਹੀਂ, ਇਹ ਤੇ ਸਿਰਫ ਤੁਸੀਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਇਹਨਾਂ ਬਿੱਲਾਂ ਦੀ ਆੜ ਦੇ ਵਿੱਚ ਲੋਕਾਂ ਦਾ ਉਜਾੜਾ ਕਰ ਰਹੇ ਕਿਸਾਨਾਂ ਦਾ। ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਕਿਸਾਨ ਜਿਹੜੇ ਨੇ ਉਹ ਵਿਰੋਧੀ ਪਾਰਟੀਆਂ ਉਹਨਾਂ ਨੂੰ ਗੁੰਮਰਾਹ ਕਰ ਰਹੀਆਂ। ਇਹ ਸਾਰਾ ਇਹ ਆਪਣਾ ਜਿਹੜਾ ਝੂਠ ਬੋਲ ਰਹੀ ਸਰਕਾਰ, ਇਹਨਾਂ ਦੀ ਆਪੋ ਵਿੱਚ ਪੋਲੀਟੀਕਲ, ਲੇਕਿਨ ਕਿਸਾਨਾਂ ਨੇ ਇਸ ਗੱਲ ਤੋਂ ਉੱਪਰ ਉੱਠ ਕੇ ਕਿਸੇ ਵੀ
ਜਿਹੜੀਆਂ ਕੁਝ ਇੱਥੇ ਜਿਹੜੀਆਂ ਪਾਰਟੀਆਂ ਨੇ ਉਹ ਵੋਟਾਂ ਵਟੋਰਨ ਦੇ ਤੌਰ ਤੇ ਕਿਸਾਨੀ, ਲੇਕਿਨ ਕਿਸਾਨੀ ਦੇ ਦਬਾਅ ਥੱਲੇ ਅਕਾਲੀ ਪਾਰਟੀ ਨੂੰ ਉੱਥੋਂ ਉਹਨਾਂ ਦਾ ਸਾਥ ਐਨਡੀਏ 'ਚੋਂ ਛੱਡਣਾ ਪਿਆ। ਇਦਾਂ ਹੀ ਦੂਸਰੀਆਂ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਕਿਸਾਨੀ ਦੇ ਝੰਡੇ ਥੱਲੇ ਆ ਕੇ ਸਾਡਾ ਸਮਰਥਨ ਕਰਨਾ ਪਿਆ। ਅੱਜ ਫਿਰ ਬੈਠਕ ਜਿਹੜੀ ਬੇਸਿੱਟਾ ਨਿਕਲਦੀ ਹੈ ਤੇ ਅਗਲਾ ਸੰਘਰਸ਼ ਕਿਸ ਤਰ੍ਹਾਂ ਦਾ ਹੋਏਗਾ? ਬਿਲਕੁਲ ਜੀ, ਅਗਲਾ ਸੰਘਰਸ਼ ਬਹੁਤ ਲਹੂ ਬੀਟਮਾ ਹੋਏਗਾ। ਜਿੱਥੇ ਅੱਜ ਸਿੰਘੂ ਬਾਰਡਰ, ਟਿਕਰੀ ਬਾਰਡਰ, ਜਿੱਥੇ ਆਪਣੇ ਕੁੰਡਲੀ ਬਾਰਡਰ ਜਾਮ ਕੀਤੇ ਹੋਏ ਨੇ ਪਹਿਲੇ, ਅੱਜ ਨਿਓਡਾ ਦਾ ਬਾਰਡਰ, ਅੱਜ ਦੂਸਰੇ ਬਾਰਡਰ ਜਿਹੜੇ ਨੇ ਤੜਾ ਤੜ ਦੂਜੀਆਂ ਸਟੇਟਾਂ ਦੇ ਵਿੱਚੋਂ ਜਿਹੜੇ ਕਿਸਾਨ ਨੇ ਬਹੀਰਾਂ ਘੱਤ ਕੇ ਦਿੱਲੀ ਵੱਲ ਆ ਰਹੇ ਨੇ ਤੇ ਦਿੱਲੀ ਨੂੰ ਬਕਾਇਦਾ ਤੌਰ ਤੇ ਜਾਮ ਕਰਕੇ ਰੱਖ ਦੇਣਗੇ ਤੇ ਜਿਹੜੀ ਇਹਨਾਂ ਦੀ ਗਲਤ ਫਹਿਮੀ ਉਹ ਨਿਕਲ ਜਾਏਗੀ ਥੋੜੇ ਦਿਨਾਂ ਦੇ ਵਿੱਚ। ਤੇ ਇਸ ਗੱਲ ਦਾ ਬਿਲਕੁਲ ਜਥੇਬੰਦੀਆਂ ਨੇ ਐਲਾਨ ਕੀਤਾ ਹੋਇਆ ਭਈ ਸਾਡੀ ਹੋਰ ਕੋਈ ਇਹਦੇ 'ਚ ਕੋਈ ਸੁਧਾਰ ਕਰਨ ਦੀ ਲੋੜ ਨਹੀਂ। ਇਸੇ ਬਿੱਲ ਇੱਕ ਵੀ ਗੱਲ ਤੁਸੀਂ ਇੱਕ ਵੀ ਲਾਭ ਜੋ ਝੂਠ ਬੋਲ ਰਹੇ ਰੱਜ ਕੇ ਉਹਨੂੰ ਸਾਬਤ ਕਰਕੇ ਦੱਸ ਦਿਓ। ਇਹ ਕਿਸਾਨਾਂ ਦੇ ਹੱਕ ਵਿੱਚ ਨਹੀਂ, ਇਹ ਕਾਰਪੋਰੇਟਾਂ ਦੇ ਹੱਕ ਵਿੱਚ ਤੁਸੀਂ ਉਹਨਾਂ ਦੇ ਹੱਥਾਂ 'ਚ ਵੇਖ ਕੇ ਉਹਨਾਂ ਦੀਆਂ ਕਠਪੁਤਲੀਆਂ ਬਣ ਕੇ ਜਿਹੜੇ ਚਲੇ ਹੋ। ਇਹਨੂੰ ਕਿਸੇ ਵੀ ਕੀਮਤ ਦੇ ਉੱਤੇ ਸਾਡੇ ਜਿਹੜਾ ਸਾਂਝਾ ਕਿਸਾਨ ਮੋਰਚਾ ਇਹਨੂੰ ਹਰ ਹਾਲਤ ਵਿੱਚ ਰੱਦ ਕਰਾ ਕੇ ਜਿੱਤ ਤੱਕ ਕੱਪੜੇਗਾ ਤੇ ਆਪਣਾ ਸੰਘਰਸ਼। ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਹੀ ਹੈ ਕਿ ਜਿਹੜੇ ਕਿਸਾਨ ਆਗੂਆਂ ਵੱਲੋਂ ਆਪਣੇ ਵਿਚਾਰ ਜਿਹੜੇ ਪੇਸ਼ ਕੀਤੇ ਗਏ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿ ਅੱਜ ਜਿਹੜੀ ਦੁਪਹਿਰ ਦੀ ਮੀਟਿੰਗ ਜਿਹੜੀ ਸੈਂਟਰ ਔਰ ਕਿਸਾਨ ਆਗੂਆਂ ਦੇ ਨਾਲ ਹੋਣ ਜਾ ਰਹੀ ਹੈ, ਦੇਖਣਾ ਇਹ ਹੋਵੇਗਾ ਕਿ ਉਹ ਮੀਟਿੰਗ ਜਿਹੜੀ ਉਹ ਕਿਸੇ ਰੂਪ ਦੇ ਵਿੱਚ ਕਿਸੇ ਨੂੰ ਰੰਗ ਲੱਗਦਾ ਹੈ ਕਿ ਨਹੀਂ ਲੱਗਦਾ, ਕਿ ਉਹ ਵੀ ਬੇਸਿੱਟਾ ਰਹਿੰਦੀ ਹੈ। ਹਰਸੇ ਮਾਨਸਾ ਟੂਲ ਪਲਾਜ਼ੇ ਦੇ ਉੱਤੋਂ ਰਵਿੰਦਰ ਸਿੰਘ, ਨਿਊਜ਼ ਟਾਈਮ ਪੰਜਾਬ। ਹਰ ਸ਼ਹਿਰ ਅਤੇ ਕਸਬੇ ਵਿੱਚੋਂ ਨਿਊਜ਼ ਟਾਈਮ ਪੰਜਾਬ ਚੈਨਲ ਲਈ ਤਜਰਬੇਕਾਰ ਪੱਤਰਕਾਰਾਂ ਦੀ ਜ਼ਰੂਰਤ ਹੈ। ਚਾਹਵਾਨ ਸੰਪਰਕ ਕਰ ਨਿਊਜ਼ ਟਾਈਮ ਪੰਜਾਬ 7986 29504।